ਸਤਿ ਸ਼੍ਰੀ ਅਕਾਲ। ਆਓ ਬਿਨਾਂ ਦੇਰੀ ਕੀਤੇ ਸਿੱਧਾ ਅੱਜ ਦੀ ਇਸ ਚਰਚਾ ਵਿੱਚ ਚੱਲਦੇ ਹਾਂ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਅਸੀਂ ਇੱਕ ਬਹੁਤ ਹੀ ਕਮਾਲ ਦੀ ਅਤੇ ਸਦੀਆਂ ਪੁਰਾਣੀ ਕਹਾਣੀ ਬਾਰੇ ਗੱਲ ਕਰਨ ਜਾ ਰਹੇ ਹਾਂ। ਤੁਹਾਨੂੰ ਪਤਾ ਹੈ, ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਕਿਵੇਂ ਸਾਡੀ ਸੋਚ ਵਿੱਚ ਆਈ ਬਸ ਇੱਕ ਛੋਟੀ ਜਿਹੀ ਤਬਦੀਲੀ ਸਾਡੀ ਪੂਰੀ ਅਸਲੀਅਤ ਨੂੰ ਬਦਲਣ ਦੀ ਤਾਕਤ ਰੱਖਦੀ ਹੈ। ਹੁਣ ਅਸੀਂ ਸਾਰਿਆਂ ਨੇ ਸਕਾਰਾਤਮਕ ਸੋਚ ਯਾਨੀ ਪੋਜ਼ਿਟਿਵ ਥਿੰਕਿੰਗ ਬਾਰੇ ਬਹੁਤ ਕੁਝ ਸੁਣਿਆ ਹੋਇਆ ਹੈ, ਠੀਕ ਹੈ ਨਾ? ਪਰ ਅੱਜ ਅਸੀਂ ਬਹੁਤ ਹੀ ਡੂੰਘਾਈ ਨਾਲ ਇਹ ਸਮਝਾਂਗੇ ਕਿ ਇਹ ਅਸਲ ਵਿੱਚ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਕਿਵੇਂ ਕਰਦੀ ਹੈ। ਹੁਣ ਇੱਥੇ ਇੱਕ ਬਹੁਤ ਹੀ ਵੱਡਾ ਅਤੇ ਸਿੱਧਾ ਜਿਹਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਸੱਚਮੁੱਚ ਆਪਣੇ ਵਿਚਾਰਾਂ ਨੂੰ ਬਦਲਣ ਨਾਲ ਅਸੀਂ ਆਪਣੀ ਅਸਲੀਅਤ ਬਦਲ ਸਕਦੇ ਹਾਂ? ਮਤਲਬ, ਕੀ ਇਹ ਕੋਈ ਜਾਦੂ ਹੈ ਜਾਂ ਫਿਰ ਸਾਡੇ ਦਿਮਾਗ ਦੇ ਕੰਮ ਕਰਨ ਦਾ ਕੋਈ ਖਾਸ ਤਰੀਕਾ? ਸੋ ਆਓ ਇਸ ਡੂੰਘੇ ਸਵਾਲ ਦਾ ਜਵਾਬ ਇੱਕ ਛੋਟੇ ਜਿਹੇ ਪਿੰਡ ਦੀ ਬਹੁਤ ਹੀ ਦਿਲਚਸਪ ਕਹਾਣੀ ਰਾਹੀਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਆਓ ਉਸ ਪਿੰਡ ਦੇ ਹਾਲਾਤਾਂ ਵੱਲ ਝਾਤ ਮਾਰੀਏ। ਇੱਕ ਪਾਸੇ ਤਾਂ ਪਿੰਡ ਦੀਆਂ ਕਠੋਰ ਅਸਲੀਅਤਾਂ ਹਨ, ਬਿਲਕੁਲ ਮੀਂਹ ਨਾ ਪੈਣ ਕਾਰਨ ਸੁੱਕੀਆਂ ਪਈਆਂ ਫਸਲਾਂ, ਬਿਮਾਰੀਆਂ ਅਤੇ ਵਿਚਾਰੇ ਉਦਾਸ, ਚਿੰਤਿਤ ਲੋਕ ਜੋ ਹਰ ਰੋਜ਼ ਬਸ ਸੰਘਰਸ਼ੀ ਕਰ ਰਹੇ ਸਨ। ਪਰ ਦੂਜੇ ਪਾਸੇ ਉੱਥੇ ਹੀ ਬੋਰਡ ਦੇ ਦਰਖਤ ਹੇਠਾਂ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਸੀ। ਉਸ ਦੇ ਵਾਲ ਚਾਂਦੀ ਵਰਗੇ ਚਿੱਟੇ ਨੇ, ਚਿਹਰੇ ਤੇ ਝੁਰੀਆਂ ਨੇ, ਪਰ ਉਹ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਹਾਲਾਤ ਤਾਂ ਦੋਵਾਂ ਲਈ ਬਿਲਕੁਲ ਇੱਕੋ ਜਿਹੇ ਸਨ, ਪਰ ਪ੍ਰਤੀਕਿਰਿਆ ਇੰਨਾ ਵੱਖਰਾ ਕਿਉਂ? ਆਖਿਰ ਉਸ ਔਰਤ ਕੋਲ ਅਜਿਹਾ ਕਿਹੜਾ ਨਜ਼ਰੀਆ ਸੀ? ਦੇਖੋ, ਅਸਲ ਜ਼ਿੰਦਗੀ ਦੀਆਂ ਮੁਸ਼ਕਲਾਂ ਵਾਕਈ ਬਹੁਤ ਡਰਾਉਣੀਆਂ ਹੋ ਸਕਦੀਆਂ ਹਨ। ਇੱਥੇ ਸਾਡੀ ਕਹਾਣੀ ਦਾ ਮੁੱਖ ਕਿਰਦਾਰ ਰਾਧਾ ਸਾਹਮਣੇ ਆਉਂਦੀ ਹੈ। ਰਾਧਾ ਦਾ ਪਤੀ ਕੰਮ ਲੱਭਣ ਲਈ ਸ਼ਹਿਰ ਗਿਆ ਹੋਇਆ ਹੈ, ਪਰ ਉਸਨੇ ਪਿੱਛੇ ਕੋਈ ਪੈਸਾ ਨਹੀਂ ਭੇਜਿਆ। ਪੈਸੇ ਬਿਲਕੁਲ ਖਤਮ ਹੋ ਚੁੱਕੇ ਨੇ ਅਤੇ ਬੱਚੇ ਭੁੱਖੇ ਨੇ। ਹੁਣ ਤੁਸੀਂ ਖੁਦ ਸੋਚੋ, ਇਹ ਇੱਕ ਐਸੀ ਸਥਿਤੀ ਹੈ ਜੋ ਕਿਸੇ ਵੀ ਇਨਸਾਨ ਨੂੰ ਡਰ ਅਤੇ ਭਿਆਨਕ ਚਿੰਤਾ ਨਾਲ ਪੜ ਸਕਦੀ ਹੈ ਨਾ? ਰਾਧਾ ਵੀ ਪੂਰੀ ਤਰ੍ਹਾਂ ਘਬਰਾ ਜਾਂਦੀ ਹੈ ਅਤੇ ਰੋਂਦੀ ਹੋਈ ਉਸੇ ਬਜ਼ੁਰਗ ਔਰਤ ਕੋਲ ਸਲਾਹ ਲੈਣ ਪਹੁੰਚਦੀ ਹੈ। ਇਹ ਡਰ ਹੌਲੀ-ਹੌਲੀ ਸਾਡੇ ਦਿਮਾਗ ਤੇ ਕਿਵੇਂ ਕਬਜ਼ਾ ਕਰ ਲੈਂਦਾ ਹੈ, ਇਹ ਰਾਧਾ ਦੀਆਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ। ਉਹ ਕਹਿੰਦੀ ਹੈ, ਕੀ ਹੋਵੇਗਾ ਜੇ ਮੇਰੇ ਪਤੀ ਨੂੰ ਕੰਮ ਹੀ ਨਾ ਮਿਲੇ? ਕੀ ਹੋਵੇਗਾ ਜੇ ਉਹ ਸਾਨੂੰ ਭੁੱਲ ਜਾਵੇ? ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ ਕਿ ਇਹ ਬਹੁਤ ਹੀ ਸੁਭਾਵਿਕ ਮਨੁੱਖੀ ਫਿਤਰਤ ਹੈ। ਜਦੋਂ ਵੀ ਸਾਡੇ ਸਾਹਮਣੇ ਕੋਈ ਅਨਿਸ਼ਚਿਤਤਾ ਹੁੰਦੀ ਹੈ ਤਾਂ ਸਾਡਾ ਦਿਮਾਗ ਆਪਣੇ ਆਪ ਸਭ ਤੋਂ ਮਾੜੇ ਨਤੀਜਿਆਂ ਬਾਰੇ ਸੋਚਣ ਲੱਗ ਪੈਂਦਾ ਹੈ। ਰਾਧਾ ਦਾ ਇਹ ਡਰ ਉਸ ਦੇ ਅੰਦਰ ਇੱਕ ਹਨੇਰਾ ਪੈਦਾ ਕਰ ਰਿਹਾ ਸੀ, ਜਿਸ ਕਰਕੇ ਉਹ ਹੋਰ ਵੀ ਜ਼ਿਆਦਾ ਕਮਜ਼ੋਰ ਮਹਿਸੂਸ ਕਰ ਰਹੀ ਸੀ। ਪਰ ਫਿਰ ਉਹ ਬਜ਼ੁਰਗ ਔਰਤ ਇੱਕ ਬਹੁਤ ਹੀ ਸਾਧਾਰਨ ਪਰ ਸੱਚਮੁੱਚ ਡੂੰਘੀ ਗੱਲ ਕਹਿੰਦੀ ਹੈ। ਉਹ ਕਹਿੰਦੀ ਹੈ, ਜਦੋਂ ਅਸੀਂ ਮਾੜੇ ਵਿਚਾਰ ਸੋਚਦੇ ਹਾਂ ਤਾਂ ਅਸੀਂ ਹੋਰ ਮਾੜਾ ਮਹਿਸੂਸ ਕਰਦੇ ਹਾਂ, ਪਰ ਜੇਕਰ ਅਸੀਂ ਚੰਗੇ ਵਿਚਾਰ ਸੋਚਦੇ ਹਾਂ ਤਾਂ ਅਸੀਂ ਬਿਹਤਰ ਮਹਿਸੂਸ ਕਰਦੇ ਹਾਂ। ਦੇਖੋ, ਇਹ ਕੋਈ ਬਹੁਤ ਗੁੰਝਲਦਾਰ ਫਿਲਾਸਫੀ ਨਹੀਂ ਹੈ, ਸਗੋਂ ਇਹ ਇੱਕ ਸਿੱਧਾ ਜਿਹਾ ਸੱਚ ਹੈ ਜਿਸ ਨੂੰ ਅਸੀਂ ਅਕਸਰ ਭੁੱਲ ਜਾਂਦੇ ਹਾਂ। ਇਹ ਸੁਣ ਕੇ ਰਾਧਾ ਦਾ ਸਵਾਲ ਬਿਲਕੁਲ ਜਾਇਜ਼ ਸੀ ਕਿ ਭਾਈ, ਜਦੋਂ ਆਲੇ-ਦੁਆਲੇ ਸਭ ਕੁਝ ਇੰਨਾ ਖਰਾਬ ਲੱਗ ਰਿਹਾ ਹੋਵੇ ਤਾਂ ਦਿਮਾਗ ਵਿੱਚ ਚੰਗੇ ਵਿਚਾਰ ਕਿਵੇਂ ਲਿਆਂਦੇ ਜਾ ਸਕਦੇ ਨੇ? ਹੁਣ ਰਾਧਾ ਦੇ ਇਸੇ ਸਵਾਲ ਦਾ ਜਵਾਬ ਦੇਣ ਲਈ ਬਜ਼ੁਰਗ ਔਰਤ ਉਸ ਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਦੀ ਹੈ, ਰੋਂਦੇ ਹੋਏ ਆਦਮੀ ਦੀ ਕਹਾਣੀ। ਇਹ ਕਹਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਜਦੋਂ ਹਾਲਾਤ ਪੂਰੀ ਤਰ੍ਹਾਂ ਨਿਰਾਸ਼ਾਜਨਕ ਲੱਗ ਰਹੇ ਹੋਣ, ਸਭ ਕੁਝ ਖਤਮ ਲੱਗ ਰਿਹਾ ਹੋਵੇ, ਤਾਂ ਉਸ ਵੇਲੇ ਵੀ ਸਕਾਰਾਤਮਕਤਾ ਯਾਨੀ ਇੱਕ ਪੋਜ਼ਿਟਿਵ ਸੋਚ ਕਿਵੇਂ ਲੱਭੀ ਜਾ ਸਕਦੀ ਹੈ। ਉਸ ਕਹਾਣੀ ਵਿੱਚ ਹੁੰਦਾ ਕੀ ਹੈ ਕਿ ਇੱਕ ਬਹੁਤ ਹੀ ਗਰੀਬ ਆਦਮੀ ਨਦੀ ਕਿਨਾਰੇ ਬੈਠਾ ਰੋ ਰਿਹਾ ਸੀ, ਕਿਉਂਕਿ ਉਸ ਕੋਲ ਨਾ ਤਾਂ ਪੈਸਾ ਸੀ, ਨਾ ਪਰਿਵਾਰ ਅਤੇ ਨਾ ਹੀ ਖਾਣ ਨੂੰ ਕੁਝ, ਬਿਲਕੁਲ ਬੇਵਸ। ਪਰ ਫਿਰ ਇੱਕ ਸਿਆਣੀ ਔਰਤ ਉੱਥੇ ਆਉਂਦੀ ਹੈ ਅਤੇ ਉਸ ਦਾ ਧਿਆਨ ਆਲੇ-ਦੁਆਲੇ ਦੀਆਂ ਚੀਜ਼ਾਂ ਵੱਲ ਖਿੱਚਦੀ ਹੈ। ਉਹ ਉਸ ਨੂੰ ਵਗਦੀ ਨਦੀ, ਹਰੇ ਭਰੇ ਦਰਖਤ, ਨਿੱਘ ਦੇਣ ਵਾਲੀ ਧੁੱਪ ਅਤੇ ਹਰ ਪਾਸੇ ਫੈਲੀ ਸੁੰਦਰਤਾ ਦਿਖਾਉਂਦੀ ਹੈ। ਅਸਲ ਵਿੱਚ ਉਹ ਉਸ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਕੁਦਰਤ ਨੇ ਉਸ ਨੂੰ ਪਹਿਲਾਂ ਹੀ ਕਿੰਨਾ ਕੁਝ ਦਿੱਤਾ ਹੋਇਆ ਹੈ। ਇਹ ਚੀਜ਼ ਸਾਡੇ ਦੇਖਣ ਦੇ ਨਜ਼ਰੀਏ ਦੇ ਅਸਲ ਨਤੀਜਿਆਂ ਨੂੰ ਬਹੁਤ ਹੀ ਕਮਾਲ ਤਰੀਕੇ ਨਾਲ ਬਿਆਨ ਕਰਦੀ ਹੈ। ਜਰਾ ਸੋਚੋ, ਜਦੋਂ ਸਾਡਾ ਧਿਆਨ ਸਿਰਫ ਇਸ ਗੱਲ ਤੇ ਹੁੰਦਾ ਹੈ ਕਿ ਸਾਡੇ ਕੋਲ ਕੀ ਨਹੀਂ ਹੈ, ਤਾਂ ਅਸੀਂ ਸਿੱਧਾ ਉਦਾਸੀ ਵੱਲ ਤੁਰ ਪੈਂਦੇ ਹਾਂ। ਪਰ ਇਸ ਦੇ ਬਿਲਕੁਲ ਉਲਟ, ਜਦੋਂ ਅਸੀਂ ਆਪਣਾ ਧਿਆਨ ਉਸ ਵੱਲ ਮੋੜਦੇ ਹਾਂ ਜੋ ਸਾਡੇ ਕੋਲ ਪਹਿਲਾਂ ਤੋਂ ਮੌਜੂਦ ਹੈ, ਤਾਂ ਇਹ ਸਾਨੂੰ ਇੱਕ ਅਜੀਬ ਜਿਹੀ ਅੰਦਰੂਨੀ ਸ਼ਾਂਤੀ ਦਿੰਦਾ ਹੈ। ਉਸ ਰੋਂਦੇ ਹੋਏ ਆਦਮੀ ਦੀ ਜ਼ਿੰਦਗੀ ਉਸੇ ਦਿਨ ਤੋਂ ਬਦਲਣੀ ਸ਼ੁਰੂ ਹੋ ਗਈ ਕਿਉਂਕਿ ਉਸਨੇ ਚੀਜ਼ਾਂ ਨੂੰ ਦੇਖਣ ਦਾ ਆਪਣਾ ਨਜ਼ਰੀਆ ਬਦਲ ਲਿਆ ਸੀ। ਸੋ ਇੱਥੇ ਸਭ ਤੋਂ ਅਹਿਮ ਨੁਕਤਾ ਸਮਝਣ ਵਾਲਾ ਇਹ ਹੈ, ਸਕਾਰਾਤਮਕ ਸੋਚ ਕੋਈ ਜਾਦੂ ਦੀ ਛੜੀ ਨਹੀਂ ਹੈ। ਮਤਲਬ, ਇਹ ਤੁਹਾਡੀਆਂ ਬਾਹਰੀ ਸਮੱਸਿਆਵਾਂ ਨੂੰ ਰਾਤੋਂ-ਰਾਤ ਖਤਮ ਨਹੀਂ ਕਰ ਦੇਵੇਗੀ। ਨਹੀਂ, ਇਹ ਤਾਂ ਸਿਰਫ ਸਾਡੀ ਮਾਨਸਿਕਤਾ, ਸਾਡੀ ਸੋਚ ਵਿੱਚ ਆਈ ਇੱਕ ਤਬਦੀਲੀ ਹੈ ਜੋ ਸਾਡੇ ਦਿਲ ਦੇ ਬੋਝ ਨੂੰ ਹੌਲਾ ਕਰਦੀ ਹੈ। ਇਹ ਸਾਨੂੰ ਅੰਦਰੋਂ ਇੰਨੀ ਤਾਕਤ ਦਿੰਦੀ ਹੈ ਕਿ ਅਸੀਂ ਆਪਣੀ ਸਮੱਸਿਆਵਾਂ ਦਾ ਬਿਹਤਰ ਢੰਗ ਨਾਲ ਸਾਹਮਣਾ ਕਰ ਸਕੀਏ। ਅਤੇ ਬਜ਼ੁਰਗ ਔਰਤ ਨੇ ਰਾਧਾ ਨੂੰ ਬਿਲਕੁਲ ਇਹੀ ਗਹਿਰੀ ਗੱਲ ਸਮਝਾਈ ਸੀ। ਪਰ ਹੁਣ ਸਵਾਲ ਇਹ ਹੈ ਕਿ ਇਹ ਗੱਲ ਅਸਲ ਜ਼ਿੰਦਗੀ ਵਿੱਚ ਲਾਗੂ ਕਿਵੇਂ ਹੁੰਦੀ ਹੈ? ਖੈਰ, ਬਜ਼ੁਰਗ ਔਰਤ ਨੇ ਰਾਧਾ ਨੂੰ ਕੁਝ ਬਹੁਤ ਹੀ ਅਮਲੀ ਯਾਨੀ ਪ੍ਰੈਕਟੀਕਲ ਕਦਮ ਚੁੱਕਣ ਲਈ ਕਿਹਾ। ਪਹਿਲਾ ਕਦਮ, ਹਰ ਰੋਜ਼ ਸਵੇਰੇ ਉੱਠੋ ਅਤੇ ਆਪਣੇ ਆਪ ਨੂੰ ਕਹੋ, ਅੱਜ ਦਾ ਦਿਨ ਚੰਗਾ ਹੋਵੇਗਾ। ਦੂਜਾ, ਕੰਮ ਕਰਨ ਲਈ ਆਪਣੇ ਅੰਦਰੋਂ ਤਾਕਤ ਜੁਟਾਓ।
ਤੀਜਾ, ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ। ਅਤੇ ਚੌਥਾ, ਇੱਕ ਪੱਕੀ ਉਮੀਦ ਦੇ ਨਾਲ ਆਪਣੇ ਪਤੀ ਦੀ ਉਡੀਕ ਕਰੋ। ਇਹ ਸਾਨੂੰ ਦੱਸਦਾ ਹੈ ਕਿ ਸਕਾਰਾਤਮਕਤਾ ਸਿਰਫ ਬੈਠ ਕੇ ਸੋਚਣ ਦਾ ਨਾਮ ਨਹੀਂ ਹੈ, ਬਲਕਿ ਇਹ ਸਾਨੂੰ ਉੱਠ ਕੇ ਕੰਮ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ। ਹੁਣ ਰਾਧਾ ਦਾ ਇਹ ਸਫ਼ਰ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਦਾ ਹੈ ਕਿ ਅਸਲ ਤਬਦੀਲੀ ਆਉਂਦੀ ਕਿਵੇਂ ਹੈ। ਪਹਿਲੇ ਦਿਨ ਰਾਧਾ ਬਜ਼ੁਰਗ ਔਰਤ ਕੋਲੋਂ ਇੱਕ ਬਹੁਤ ਹੀ ਹਲਕੇ ਅਤੇ ਸ਼ਾਂਤ ਦਿਲ ਨਾਲ ਵਾਪਸ ਆਉਂਦੀ ਹੈ। ਫਿਰ ਉਹ ਹਰ ਰੋਜ਼ ਬਿਨਾਂ ਨਾਗਾ ਉਸੇ ਸਕਾਰਾਤਮਕ ਰੂਟੀਨ ਦਾ ਪਾਲਨ ਕਰਦੀ ਹੈ ਅਤੇ ਸਖਤ ਮਿਹਨਤ ਕਰਦੀ ਹੈ। ਦੇਖੋ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਨਿਰੰਤਰਤਾ ਯਾਨੀ ਲਗਾਤਾਰ ਕੋਸ਼ਿਸ਼ ਤੋਂ ਬਿਨਾਂ ਕੁਝ ਨਹੀਂ ਹੁੰਦਾ। ਅਤੇ ਫਿਰ ਕੁਝ ਹਫ਼ਤਿਆਂ ਦੀ ਉਡੀਕ ਤੋਂ ਬਾਅਦ ਉਸ ਦੀ ਲਗਨ ਅਤੇ ਨਾ ਟੁੱਟਣ ਵਾਲੀ ਉਮੀਦ ਦਾ ਨਤੀਜਾ ਆਖਿਰਕਾਰ ਇੱਕ ਵੱਡੀ ਖੁਸ਼ਖਬਰੀ ਦੇ ਰੂਪ ਵਿੱਚ ਆ ਹੀ ਜਾਂਦਾ ਹੈ। ਅਤੇ ਬਸ ਇੱਥੇ ਹੀ ਸਾਡੀ ਕਹਾਣੀ ਆਪਣੇ ਸਿਖਰ ਤੇ ਪਹੁੰਚਦੀ ਹੈ। ਇੱਕ ਦਿਨ ਇੱਕ ਚਿੱਠੀ ਆਉਂਦੀ ਹੈ। ਰਾਧਾ ਦੇ ਪਤੀ ਨੂੰ ਸ਼ਹਿਰ ਵਿੱਚ ਨੌਕਰੀ ਮਿਲ ਗਈ ਸੀ ਅਤੇ ਉਸਨੇ ਪਰਿਵਾਰ ਲਈ ਪੈਸੇ ਵੀ ਭੇਜੇ ਸਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਧਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਹੋਣਾ। ਇਹ ਸਿਰਫ ਕਹਾਣੀ ਦਾ ਇੱਕ ਸੁਖਦ ਅੰਤ ਨਹੀਂ ਹੈ, ਬਲਕਿ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਜਦੋਂ ਅਸੀਂ ਮੁਸ਼ਕਿਲ ਸਮੇਂ ਵਿੱਚ ਉਮੀਦ ਨਹੀਂ ਛੱਡਦੇ ਅਤੇ ਆਪਣਾ ਕੰਮ ਲਗਾਤਾਰ ਕਰਦੇ ਰਹਿੰਦੇ ਹਾਂ ਤਾਂ ਉਸ ਦਾ ਅਸਲ ਜ਼ਿੰਦਗੀ ਵਿੱਚ ਕਿੰਨਾ ਵੱਡਾ ਫਾਇਦਾ ਹੁੰਦਾ ਹੈ। ਖੁਸ਼ੀ ਨਾਲ ਭਰੀ ਹੋਈ ਰਾਧਾ ਉਸੇ ਵੇਲੇ ਬਜ਼ੁਰਗ ਔਰਤ ਦਾ ਧੰਨਵਾਦ ਕਰਨ ਲਈ ਭੱਜੀ ਅਤੇ ਉਦੋਂ ਉਸ ਔਰਤ ਨੇ ਇਹ ਆਖਰੀ ਅਤੇ ਬਹੁਤ ਹੀ ਕੀਮਤੀ ਸਬਕ ਦਿੱਤਾ। ਉਸਨੇ ਕਿਹਾ, ਜਦੋਂ ਅਸੀਂ ਸਕਾਰਾਤਮਕ ਸੋਚਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਨੂੰ ਸੱਦਾ ਦਿੰਦੇ ਹਾਂ। ਸਮੱਸਿਆਵਾਂ ਹਮੇਸ਼ਾ ਆਉਣਗੀਆਂ, ਪਰ ਜੇਕਰ ਅਸੀਂ ਉਮੀਦ ਭਰੇ ਦਿਲ ਨਾਲ ਉਹਨਾਂ ਦਾ ਸਾਹਮਣਾ ਕਰਦੇ ਹਾਂ ਤਾਂ ਅਸੀਂ ਉਹਨਾਂ ਤੇ ਕਾਬੂ ਪਾ ਸਕਦੇ ਹਾਂ। ਇਹ ਹਮੇਸ਼ਾ ਯਾਦ ਰੱਖਣਾ ਜ਼ਰੂਰੀ ਹੈ ਕਿ ਜ਼ਿੰਦਗੀ ਵਿੱਚ ਚੁਣੌਤੀਆਂ ਦਾ ਆਉਣਾ ਤਾਂ ਤੈਅ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ, ਪਰ ਸਾਡਾ ਮਾਨਸਿਕ ਰਵੱਈਆ ਹੀ ਸਾਡਾ ਅੰਤਿਮ ਨਤੀਜਾ ਤੈਅ ਕਰਦਾ ਹੈ। ਹੁਣ ਇਸ ਪੂਰੀ ਕਹਾਣੀ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਚੰਗਾ ਪ੍ਰਭਾਵ ਸਿਰਫ ਰਾਧਾ ਦੇ ਘਰ ਤੱਕ ਹੀ ਸੀਮਿਤ ਨਹੀਂ ਰਿਹਾ। ਜਦੋਂ ਪਿੰਡ ਵਾਲਿਆਂ ਨੇ ਰਾਧਾ ਦੀ ਸਫਲਤਾ ਬਾਰੇ ਸੁਣਿਆ ਤਾਂ ਹੋਰ ਲੋਕ ਵੀ ਆਪਣੀਆਂ ਸਮੱਸਿਆਵਾਂ ਲੈ ਕੇ ਉਸ ਬਜ਼ੁਰਗ ਔਰਤ ਕੋਲ ਆਉਣ ਲੱਗੇ। ਹੌਲੀ-ਹੌਲੀ ਪੂਰੇ ਦੇ ਪੂਰੇ ਪਿੰਡ ਨੇ ਇਹ ਚੰਗਾ ਸੋਚਣ ਵਾਲੀ ਮਾਨਸਿਕਤਾ ਅਪਣਾ ਲਈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਸੱਚਮੁੱਚ ਬਦਲਣ ਲੱਗੀਆਂ। ਜ਼ਰਾ ਸੋਚੋ, ਸਿਰਫ ਇੱਕ ਵਿਅਕਤੀ ਦੀ ਸਕਾਰਾਤਮਕਤਾ ਨੇ ਪੂਰੇ ਭਾਈਚਾਰੇ ਦਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ। ਅੱਜ ਦਾ ਇਹ ਵਿਸ਼ਲੇਸ਼ਣ ਸਾਨੂੰ ਸਾਰਿਆਂ ਨੂੰ ਬਹੁਤ ਗਹਿਰਾਈ ਵਿੱਚ ਸੋਚਣ ਲਈ ਮਜਬੂਰ ਕਰਦਾ ਹੈ। ਜੇਕਰ ਇੱਕ ਉਮੀਦ ਭਰਿਆ ਵਿਚਾਰ ਇੱਕ ਪੂਰੇ ਪਿੰਡ ਦੀ ਕਿਸਮਤ ਬਦਲ ਸਕਦਾ ਹੈ ਤਾਂ ਸੋਚੋ ਇਹ ਬਾਕੀ ਦੁਨੀਆ ਲਈ ਕੀ ਕੁਝ ਕਰ ਸਕਦਾ ਹੈ। ਇਹ ਸਾਡੇ ਸਾਰਿਆਂ ਲਈ ਇੱਕ ਸੱਦਾ ਹੈ ਕਿ ਇਸ ਜਾਣਕਾਰੀ ਨੂੰ ਸਿਰਫ ਇੱਥੇ ਸੁਣ ਕੇ ਨਾ ਛੱਡਿਆ ਜਾਵੇ, ਬਲਕਿ ਅਸੀਂ ਖੁਦ ਇਹ ਦੇਖੀਏ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਆਲੇ-ਦੁਆਲੇ ਕਿਹੋ ਜਿਹੀ ਊਰਜਾ ਫੈਲਾ ਰਹੇ ਹਾਂ। ਆਪਣੇ ਵਿਚਾਰਾਂ ਦੀ ਚੋਣ ਹਮੇਸ਼ਾ ਸਮਝਦਾਰੀ ਨਾਲ ਕਰੋ, ਕਿਉਂਕਿ ਇਹੀ ਤੁਹਾਡੀ ਅਸਲੀਅਤ ਬਣਾਉਂਦੇ ਨੇ। ਅੱਜ ਦੀ ਇਸ ਚਰਚਾ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ